ਜੇ ਹੁਣ ਸਮਾਜ ਘਟਾਇਆ ਗਿਆ ਪਰ ਗੱਲ ਮੈਂ ਪਹਿਲਾਂ ਹੀ ਜਿਵੇਂ ਜ਼ਿਕਰ ਕੀਤਾ ਕਿ ਸਾਂਝ ਦੀ ਗੱਲ ਕਰਨੀ, ਇਹ ਸਾਂਝ ਤਾਂ ਨਹੀਂ ਰਹੇਗੀ ਨਾ। ਇੱਕ ਪਾਸੇ ਸਾਂਝ ਦੀ ਗੱਲ ਕਰਦੇ ਆ, ਦੂਸਰੇ ਪਾਸੇ ਕਹਿੰਦੇ ਕਿ ਨਫ਼ਰਤ ਨਾ ਬਣੇ। ਇਹ ਸਮਾਜ ਘਟਾ ਕੇ ਪੰਜਾਬੀ ਨਾਲ ਧੱਕਾ ਹੀ ਕਿਉਂ ਹੁੰਦਾ? ਹਮੇਸ਼ਾ ਕੋਈ ਵੀ ਚੀਜ਼ ਬਿਨਾਂ ਪੁੱਛੇ ਝਟਾ ਦਿੰਦੇ ਨੇ। ਜਿੱਥੇ ਅਸੀਂ ਤੇ ਉਹਨਾਂ ਦੇ ਉੱਤੇ 4 ਬੰਬ ਸੁੱਟ ਕੇ ਵੋਟਾਂ ਲੈਣੀਆਂ ਹੁੰਦੀਆਂ ਤੇ ਇਹ ਇੱਥੇ ਦੋਸਤੀ ਦੀਆਂ ਗੱਲਾਂ ਕਰਦੇ ਆ। ਇਹ ਸਮਾਰਕ ਜਿਹੜਾ ਸਾਨੂੰ ਸਿਖਾਉਂਦਾ ਨਹੀਂ। ਏਜੰਸੀਆਂ ਨੂੰ ਖਬਰ ਹੈਗੀ ਸੀ ਜੇ ਢਾਇਆ ਗਿਆ, ਤੁਹਾਨੂੰ ਕੀ ਲੱਗਦਾ ਕਿਸ ਦੀ ਪਰਮਿਸ਼ਨ ਹੇਠਾਂ ਢਾਇਆ ਗਿਆ? ਇਹ ਉਹ 10 ਲੱਖ ਜਿਹੜੇ ਪੰਜਾਬੀ ਦੋਵਾਂ ਪਾਸਿਆਂ ਤੋਂ ਮਾਰੇ ਗਏ ਤੇ ਉਜੜੇ ਗਏ, ਉਹਨਾਂ ਦੀ ਯਾਦ ਦੇ ਵਿੱਚ ਇਹ ਸਮਾਰਕ ਬਣਾਇਆ ਗਿਆ। ਪਰ ਇੱਕ ਮਹਿਜ਼ ਇੱਕ ਇਹ ਨਹੀਂ ਹੈਗਾ ਕਿ ਸਿਰਫ ਇੱਕ 10 ਲੱਖ ਪੰਜਾਬੀਆਂ ਦੇ, ਇਹਦੇ ਪਿੱਛੇ ਇੱਕ ਬਹੁਤ ਵੱਡੀ ਸੋਚ ਸੀ। ਆਪਾਂ ਤਾਂ ਗੱਲ ਕਰਦੇ ਹਾਂ ਦੋਨਾਂ ਦੇਸ਼ਾਂ ਦੇ ਵਿੱਚ ਪਿਆਰ ਵਧੇ, ਮੁਹੱਬਤ ਵਧੇ। ਇਹ ਸਮਾਰਕ ਨੂੰ ਢਾਹ ਕੇ ਫਿਰ ਤੁਹਾਨੂੰ ਲੱਗਦਾ ਕਿ ਧੱਕਾ ਲੱਗ ਗਿਆ ਕਿ ਨਫ਼ਰਤ ਦਾ ਬੀਜ ਬੋਇਆ ਜਾ ਰਿਹਾ? ਕੁਝ ਤਾਕਤਾਂ ਦਾ ਇਹੋ ਜਿਹਾ ਮੂੰਹ ਪੈ ਗਿਆ ਕਿ ਅਸੀਂ ਕੁਝ ਵੀ ਢਾਹ ਸਕਦੇ ਹਾਂ। ਕੁਝ ਕੁ ਲੋਕ ਇਹੋ ਜਿਹੇ ਆ ਜਿਹੜੇ ਇਹ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਜਾਂ ਇੱਧਰ ਹਿੰਦ ਪਾਕ ਦੋਸਤੀ ਸਿਖਾਉਂਦੀ ਨਹੀਂ। ਮੈਨੂੰ ਤਾਂ ਲੱਗਦਾ ਇਹ ਉਹਨਾਂ ਦੀ ਕਰਤੂਤ ਹੈਗੀ ਆ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਵਿਜੇ ਦੇ ਪੰਜਾਬੀ ਚੈਨਲ 'ਤੇ ਤੁਹਾਡਾ ਸਭ ਦਾ ਸਵਾਗਤ ਹੈ। ਤੁਸੀਂ ਮੇਰੇ ਹੱਥ ਵਿੱਚ ਜੋ ਇਹ ਪੰਫਲੇਟ ਦੇਖ ਰਹੇ ਹੋ, ਇੱਕ ਕਾਗਜ਼ ਨਹੀਂ ਹੈਗਾ। ਇਹ ਦੋਨਾਂ ਭਾਰਤ ਤੇ ਹਿੰਦੁਸਤਾਨ ਦੇ ਵਿਚਕਾਰ ਸਰਹੱਦ ਤੇ ਬਣਿਆ ਹੋਇਆ ਇੱਕ ਸਮਾਰਕ ਹੈ, ਜਿਸ ਨੂੰ ਹੁਣ ਢਾਹ ਦਿੱਤਾ ਗਿਆ ਹੈ। 1996 ਵਿੱਚ ਇਹ ਸਮਾਰਕ ਬਣਿਆ ਸੀ ਤੇ ਫੋਰਕ ਰਿਸਰਚ ਅਕੈਡਮੀ ਨੇ ਇਹ ਸਮਾਰਕ ਬਣਾਇਆ ਸੀ। ਜਿਸ ਤਰੀਕੇ ਨਾਲ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਮਾਹੌਲ ਪੈਦਾ ਹੁੰਦਾ ਹੈ, ਉਸ ਵਿੱਚ ਇਹੀ ਚਰਚਾ ਚੱਲਦੀ ਹੈ ਕਿ ਦੋਨਾਂ ਨੂੰ ਸਾਂਝ ਰੱਖਣੀ ਚਾਹੀਦੀ ਹੈ, ਕਿਉਂਕਿ ਇਹ ਵੀ ਪੰਜਾਬ ਹੈ ਤੇ ਦੂਸਰੇ ਪਾਸੇ ਪਾਕਿਸਤਾਨ ਦੇ ਵਿੱਚ ਵੀ ਪੰਜਾਬ ਹੈ। ਦੋਨਾਂ ਪੰਜਾਬਾਂ ਦੀ ਸਾਂਝ ਜਿਹੜੀ ਹੈ ਨਾ ਕਦੀ ਟੁੱਟੇਗੀ ਤੇ ਨਾ ਹੀ ਟੁੱਟੀ ਸੀ। ਹੁਣ ਸਵਾਲ ਇਹ ਖੜਾ ਹੁੰਦਾ ਕਿ ਜਿਸ ਤਰੀਕੇ ਨਾਲ ਇਹ ਸਮਾਰਕ ਢਾਇਆ ਗਿਆ, ਕੀ ਇਸ ਪਿੱਛੇ ਵੀ ਕਿਸੇ ਦੀ ਕੋਈ ਮਨਸ਼ਾ ਹੈ? ਉਹ ਇਹ ਸਮਾਰਕ ਢਾਇਆ ਗਿਆ ਕਿਸ ਦੇ ਦੇਸ਼ ਉੱਤੇ ਸਮਾਰਕ ਢਾਇਆ ਗਿਆ? ਕਿਉਂਕਿ ਪਹਿਲਾਂ ਹੀ ਬਾਰਡਰਾਂ ਦੇ ਉੱਤੇ ਜਿਸ ਤਰੀਕੇ ਨਾਲ ਤਣਾਅ ਹੁੰਦਾ ਹੈ, ਪੰਜਾਬ ਦੇ ਨੌਜਵਾਨ ਜਾਂ ਹਿੰਦੁਸਤਾਨ ਦੇ ਨੌਜਵਾਨਾਂ ਦੀ ਉੱਥੇ ਯੁੱਧ ਦੌਰਾਨ ਮੌਤ ਵੀ ਹੋ ਜਾਂਦੀ ਹੈ, ਲੜਾਈਆਂ ਵੀ ਚੱਲਦੀਆਂ ਨੇ। ਤਾਂ ਇਸ ਦਰਮਿਆਨ ਇਹ ਸਮਾਰਕ ਨੂੰ ਢਾਹ ਦੇਣਾ ਇੱਕ ਧੱਕਾ ਲੱਗਿਆ ਹੈ ਪੰਜਾਬੀਆਂ ਤੇ ਇਸ ਵਿੱਚ ਵਿਰੋਧ ਵੀ ਕੀਤਾ ਜਾ ਰਿਹਾ ਹੈ। ਇਸ ਸਮੇਂ ਸਾਡੇ ਨਾਲ ਆਈਡੀ ਗੋਡ ਤੇ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ। ਜਾਣਾਂਗੇ ਕਿ ਇਸ ਨੂੰ ਢਾਹਣ ਦਾ ਮਤਲਬ ਕੀ ਸੀ ਔਰ ਜੋ ਇੱਕ ਸਾਂਝ ਜਿਹੜੀ ਪੰਜਾਬ ਹਿੰਦੁਸਤਾਨ ਦੀ ਤੇ ਪਾਕਿਸਤਾਨ ਪੰਜਾਬ ਦੀ ਹੈਗੀ ਹੈ, ਉਸ ਨੂੰ ਕਿੰਨਾ ਕੋਈ ਹਦੇਸ਼ਾ ਕੀਤਾ ਜਾ ਰਿਹਾ ਤੇ ਕੀ ਕਾਰਨ ਹੋ ਸਕਦੇ ਨੇ? ਆਪਾਂ ਪ੍ਰੋਫੈਸਰ ਮਨਜੀਤ ਸਿੰਘ ਨਾਲ ਗੱਲਬਾਤ ਕਰਾਂਗੇ। ਪ੍ਰੋਫੈਸਰ ਸਾਹਿਬ, ਦਾ ਪਹਿਲਾ ਸਵਾਲ ਇਹ ਹੈ ਕਿ ਜਿਸ ਤਰੀਕੇ ਨਾਲ 1996 ਵਿੱਚ ਸਮਾਰਕ ਬਣਾਇਆ ਗਿਆ, ਢਾਹਣ ਦਾ ਮਤਲਬ ਕੀ ਹੋ ਸਕਦਾ ਹੈ? ਦੇਖੋ, ਢਾਹਣ ਦਾ ਮਤਲਬ ਤੇ ਸਾਫ਼ ਹੈ, ਕਿਉਂਕਿ ਇਹ ਪੰਜਾਬੀਆਂ ਦੀ ਇਕਜੁੱਟਤਾ, ਇੱਕ ਮੁੱਠਤਾ ਔਰ ਇੱਕ ਪਿਆਰ ਦਾ ਸੁਨੇਹਾ, ਦੋਸਤੀ ਦਾ ਸੁਨੇਹਾ ਇਹ ਸਮਾਰਕ ਰਾਹੀਂ ਦੋਹਾਂ ਲਹਿੰਦਾ ਪੰਜਾਬ ਤੇ ਚੜ੍ਹਦੇ ਪੰਜਾਬ ਨੂੰ ਮਿਲਦਾ ਸੀਗਾ। ਉਹ ਕੁਝ ਕੁ ਬੰਦਿਆਂ ਨੂੰ ਉਸ ਉਹਨਾਂ ਮਨਜ਼ੂਰ ਨਹੀਂ ਸੀਗਾ। ਉਹਨਾਂ ਨੂੰ ਲੱਗਦਾ ਹੋਊਗਾ ਕਿ ਜਿੱਥੇ ਅਸੀਂ ਤੇ ਉਹਨਾਂ ਦੇ ਉੱਤੇ 4 ਬੰਬ ਸੁੱਟ ਕੇ ਵੋਟਾਂ ਲੈਣੀਆਂ ਹੁੰਦੀਆਂ ਤੇ ਇਹ ਇੱਥੇ ਦੋਸਤੀ ਦੀਆਂ ਗੱਲਾਂ ਕਰਦੇ ਆ। ਇਹ ਸਮਾਰਕ ਜਿਹੜਾ ਸਾਨੂੰ ਸਿਖਾਉਂਦਾ ਨਹੀਂ। ਤਾਂਹੀਏ ਬਿਨਾਂ ਕਿਸੇ ਨੂੰ ਪੁੱਛਿਆ ਇਹ ਜਿਹੜੀ ਫੋਕਲੋਰ ਅਕੈਡਮੀ ਹੈਗੀ ਚੰਡੀਗੜ੍ਹ, ਇਹਨਾਂ ਨੇ 1996 ਦੇ ਵਿੱਚ ਇੱਕ ਅਕੈਡਮੀ ਰਜਿਸਟਰਡ ਅਕੈਡਮੀ ਹੈ, ਉਹਨਾਂ ਵੱਲੋਂ BSF ਰਾਹੀਂ ਆਪਣੀ ਲੈਟਰ ਭੇਜ ਕੇ ਸੈਂਟਰਲ ਗੌਰਮੈਂਟ ਤੋਂ ਮਨਜ਼ੂਰੀ ਲਈ, ਕਿਉਂਕਿ ਇਹੋ ਜਿਹੀ ਜਿਹੜੀ ਸੈਂਸਿਟਿਵ ਜਗ੍ਹਾ ਬਾਰਡਰ ਦੀ ਹੈ, ਅਟਾਰੀ ਜਾਂ ਬਾਘੇ ਦੀ ਜਗ੍ਹਾ, ਉੱਥੇ ਇਹੋ ਜਿਹਾ ਸਮਾਰਕ ਬਿਨਾਂ ਤੁਸੀਂ ਇਜਾਜ਼ਤ ਤੋਂ ਬਣਾ ਨਹੀਂ ਸਕਦੇ। ਜਦ ਸਾਰਿਆਂ ਦੀ ਇਜਾਜ਼ਤ ਸੀਗੀ, ਫਿਰ ਉਸ ਨੂੰ ਢਾਉਣ ਦਾ ਬਿਨਾਂ ਕਿਸੇ ਨੂੰ ਪੁੱਛਿਆ ਕੀ ਮਤਲਬ ਸੀ? 16 ਸਾਲ ਉੱਥੇ ਮੇਲਾ ਲੱਗਦਾ ਰਿਹਾ। ਉੱਥੇ 5 ਦਰਿਆਵਾਂ ਦਾ ਪਾਣੀ ਸੀ। ਉੱਥੇ ਸ਼ੁਰੂਆਤ ਦੇ ਵਿੱਚ ਜਿਹੜੀ ਫਾਊਂਡੇਸ਼ਨ ਆ, ਹਰਭਜਨ ਸਿੰਘ ਹਲਵਾਰਵੀ, ਹੁੰਦਲ, ਹੋਰ ਪੂਨਮ, ਜਿਹੜੇ ਪ੍ਰੀਤ ਲੜੀ ਵਾਲੇ, ਸਾਰੇ ਮਤਲਬ ਜਿਹੜੇ ਵੀ ਪੰਜਾਬੀ ਤੇ ਪੰਜਾਬ ਦੇ ਪ੍ਰੇਮੀ ਸੀਗੇ, ਜਿਹੜੇ ਉਸ ਦੁੱਖ ਦੇ ਵਿੱਚ ਹਰ ਵਾਰੀ ਆਪਣੇ ਆਪ ਨੂੰ ਮਹਿਸੂਸ ਕਰਕੇ ਉਸ ਦੇ ਵਿੱਚ ਸ਼ਰੀਕ ਹੁੰਦੇ ਸੀ, ਉਸ ਤੋਂ ਨਿਜਾਤ ਪਾਉਣ ਲਈ ਔਰ ਅੱਗੇ ਸਬਕ ਸਿੱਖ ਕੇ ਆਪਾਂ ਸਾਂਝੀਵਾਲਤਾ, ਦੋਸਤੀ, ਪਿਆਰ ਔਰ ਨਫ਼ਰਤਾਂ ਦੀ ਅੱਗ ਨੂੰ ਸਦਾ ਲਈ ਦਬਾ ਦੇਣ ਲਈ, ਖਤਮ ਕਰਨ ਲਈ ਇਹ ਇੱਕ ਸਮਾਰਕ ਬਣਾਇਆ ਸੀ। ਔਰ ਉਸ ਸਮਾਰਕ ਨੂੰ ਰਾਤੋਂ ਰਾਤ ਬਿਨਾਂ ਕਿਸੇ ਨੇ ਦੱਸਿਆ, ਅਚਾਨਕ ਉਹਦੇ ਬਾਅਦ ਵਿੱਚ ਪਤਾ ਲੱਗਦਾ ਆ 14 ਤਰੀਕ ਨੂੰ ਜਦੋਂ ਵਾਘੇ ਦੇ ਉੱਤੇ ਬੱਤੀਆਂ ਜਗਾਉਣ ਗਏ ਆ ਜਿਹੜੇ ਦੋਸਤੀ ਲਈ, ਹਿੰਦ ਪਾਕ ਦੋਸਤੀ ਲਈ, ਉਹਨਾਂ ਨੂੰ ਪਤਾ ਲੱਗਾ ਕਿ ਇੱਥੇ ਜਿਹੜਾ ਸਮਾਰਕ ਸੀ ਉਹਦਾ ਨਾਮੋ ਨਿਸ਼ਾਨ ਨਹੀਂ ਹੈਗਾ। ਤੇ ਹੁਣ ਇਸ ਗੱਲ ਦੇ ਉੱਤੇ ਇੱਕ ਸਾਰੇ ਪੰਜਾਬ ਦੇ ਵਿੱਚ ਔਰ ਇਸ ਅਕੈਡਮੀ ਦੇ ਇਹ ਜਨਰਲ ਸੈਕਟਰੀ ਹੈ ਆਈਡੀ ਗੌਡ, ਇਹ ਹਿਸਟਰੀ ਦੇ ਪ੍ਰੋਫੈਸਰ ਹੈ, ਜਿਨ੍ਹਾਂ ਨੇ ਇੱਕ ਪੂਰਾ ਬਰੋਸ਼ਰ ਵੀ, ਇੱਕ ਪੂਰੀ ਕਿਤਾਬ, ਛੋਟੀ ਕਿਤਾਬ ਤਿਆਰ ਕੀਤੀ ਹੈ ਇਹ ਸਾਂਝੀਵਾਲਤਾ ਦੀ ਔਰ ਸਾਰੇ ਉਸ ਦੇ ਫੋਕਲੋਰ ਦੀ। ਉਸ ਨੂੰ ਮਜ਼ਬੂਤੀ ਦੇਣ ਲਈ ਇਹ ਬਣਾਇਆ ਗਿਆ ਸੀ। ਤੁਹਾਡੀ ਗੱਲ ਇਹ ਠੀਕ ਹੈ ਕਿ ਕੌਣ ਲੋਕ ਹੋ ਸਕਦੇ? ਉਹੀ ਲੋਕ ਜਿਨ੍ਹਾਂ ਲੋਕਾਂ ਨੂੰ ਪੰਜਾਬ ਦੇ ਨਾਲ, ਹਿੰਦ ਪਾਕ ਦੋਸਤੀ ਦੇ ਨਾਲ, ਜਾਂ ਇਹ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੀ ਨੇੜਤਾ ਦੇ ਨਾਲ ਬਹੁਤ ਸੁਖਾਵਾਂਪਣ ਨਹੀਂ ਲੱਗਦਾ। ਇਹ ਉਹਨਾਂ ਲੋਕਾਂ ਦੀ ਕਰਤੂਤ ਹੈ।
ਆਈਡੀ ਗੋੜੀ ਸਾਡੇ ਨਾਲ ਮੌਜੂਦ ਨੇ। ਗੋੜ ਸਾਹਿਬ, ਪਹਿਲਾ ਸਵਾਲ ਹੈ ਕਿ ਕਿੰਨਾ ਕੁ ਸਮਾਂ ਲੱਗ ਗਿਆ ਸੀ, ਕਿਸ ਤਰੀਕੇ ਨਾਲ ਇਹ ਬਣਾਇਆ ਗਿਆ ਸੀ ਸਮਾਰਕ, ਕਿੰਨੀ ਉੱਥੇ ਜਹਿਦ ਕਰਨੀ ਪਈ, ਉਹ ਬਣਾਉਣ ਦਾ ਕਾਰਨ ਕੀ ਸੀ? ਸਮਾਰਕ ਲਈ ਜਹਿਦ ਬਹੁਤ ਕਰਨੀ ਪਈ। ਪਾਰਲੀਮੈਂਟ ਤੱਕ ਉੱਥੋਂ ਇਜਾਜ਼ਤ ਲਿੱਤੀ ਗਈ, BSF ਤੋਂ ਇਜਾਜ਼ਤ ਲਿੱਤੀ ਗਈ। ਫਿਰ ਅਸੀਂ ਉੱਥੇ ਆਪਦੇ ਸਿਰਾਂ ਦੇ ਉੱਤੇ ਮਿੱਟੀ ਦੇ ਬੱਠਲ ਢੋ ਕੇ ਤੇ ਉਹ ਲੁਕਾਈ ਨੇ। ਉੱਥੋਂ ਦੇ ਲੋਕਾਂ ਨੇ, ਇਲਾਕੇ ਦੇ ਲੋਕਾਂ ਨੇ ਜਿਸ ਕਿਸਮ ਦੇ ਨਾਲ ਸਾਥ ਦਿੱਤਾ, ਤਾਂ ਇਹ ਸਮਾਰਕ 1-2 ਮਹੀਨੇ ਦੇ ਵਿੱਚ ਜਾ ਕੇ ਖੜਾ ਕੀਤਾ ਗਿਆ 1996 ਦੇ ਵਿੱਚ। ਤੇ ਨਾਲ ਇਹ ਉਹ 10 ਲੱਖ ਜਿਹੜੇ ਪੰਜਾਬੀ ਦੋਵਾਂ ਪਾਸਿਆਂ ਤੋਂ ਮਾਰੇ ਗਏ ਤੇ ਉਜੜੇ ਗਏ, ਉਹਨਾਂ ਦੀ ਯਾਦ ਦੇ ਵਿੱਚ ਇਹ ਸਮਾਰਕ ਬਣਾਇਆ ਗਿਆ। ਪਰ ਇੱਕ ਮਹਿਜ਼ ਇੱਕ ਇਹ ਨਹੀਂ ਹੈਗਾ ਕਿ ਸਿਰਫ ਇੱਕ 10 ਲੱਖ ਪੰਜਾਬੀਆਂ ਦੇ, ਇਹਦੇ ਪਿੱਛੇ ਇੱਕ ਬਹੁਤ ਵੱਡੀ ਸੋਚ ਸੀ। ਕਿ ਉਹ ਸੋਚ ਇਹ ਸੀ ਕਿ ਅਸੀਂ ਪੰਜਾਬ ਤੇ ਪੰਜਾਬੀਅਤ ਨੂੰ ਕਿਵੇਂ ਜਿੰਦਾ ਰੱਖ ਸਕਦੇ ਹਾਂ। ਜਿਹੜੀਆਂ ਅਸੀਂ ਗਲਤੀਆਂ ਪੰਜਾਬੀਆਂ ਨੇ ਆਪਸ 'ਚ ਲੜ ਕੇ ਕਰ ਲਈਆਂ, ਉਹ ਮੁੜ ਦੁਹਰਾਈਆਂ ਨਾ ਜਾਣ, ਜਿਹੜੀ ਸਾਡੀ ਨਲਾਇਕੀ ਰਹੀ, ਠੀਕ ਹੈ ਨਾ। ਤੇ ਚਾਹੇ ਉਹ ਕਿਸ ਨੇ ਕਰਵਾਈਆਂ ਸਾਡੇ ਹੱਥੋਂ ਜਾਂ ਹੋਈਆਂ, ਜੋ ਵੀ ਹੈ, ਅਸੀਂ ਉਸ ਸਮਾਰਕ ਦੇ ਜ਼ਰੀਏ ਪੰਜਾਬ ਤੇ ਪੰਜਾਬੀਅਤ ਨੂੰ ਜ਼ਿੰਦਾ ਰੱਖ ਰਹੇ ਹਾਂ, ਰੱਖਣ ਦੀ ਕੋਸ਼ਿਸ਼ ਕੀਤੀ ਗਈ। ਉਹ ਪੰਜਾਬ ਜਿਹੜਾ ਸਿਰਫ 2 ਪੰਜਾਬ ਹੀ ਨਹੀਂ, ਉਹ ਪੰਜਾਬ ਜਿਹੜਾ ਸਿੰਧ ਤੋਂ ਲੈ ਕੇ ਗੰਗਾ ਜਮਨਾ ਤੱਕ ਦਾ ਪੰਜਾਬ ਹੈਗਾ, ਬੜਾ ਵੱਡਾ ਪੰਜਾਬ ਹੈਗਾ, ਠੀਕ ਹੈ ਨਾ। ਉਸ ਪੰਜਾਬ ਦੀ ਇਸ ਯਾਦਗਾਰ ਨੂੰ, ਜਿਹੜੀ ਇਕੱਲੀ ਇਹ ਸਮਾਰਕ ਨਹੀਂ, ਇਹਦੇ ਨਾਲ ਲੋਕਾਂ ਦੀਆਂ ਸਮ੍ਰਿਤੀਆਂ ਜੁੜੀਆਂ ਹੋਈਆਂ ਨੇ, ਲੋਕਾਂ ਦੇ ਜਜ਼ਬਾਤ, ਲੋਕਾਂ ਦੇ ਸੈਂਟੀਮੈਂਟਸ ਜੁੜੇ ਹੋਏ ਹੈਗੇ ਨੇ। ਉਹ ਤੁਸੀਂ ਬਗੈਰ ਪੁੱਛੇ ਢਾਹ ਦੇਣਾ, ਇਹਦਾ ਮਤਲਬ ਕੀ ਹੈਗਾ ਕਿ ਪੰਜਾਬੀਅਤ ਨੂੰ ਢਾਇਆ ਗਿਆ। ਮੇਰਾ ਇੱਕ ਹੋਰ ਸਵਾਲ ਹੈ ਕਿ ਠੀਕ ਹੈ, ਹੁਣ ਇਹ ਢਾਹ ਦਿੱਤਾ ਗਿਆ, ਕਹਿੰਦੇ ਨੇ ਕਿ ਹਿੰਦੁਸਤਾਨ ਦੇ ਵਿੱਚ ਜਾਂ ਕਿਤੇ ਵੀ ਕੋਈ ਵੀ ਚਿੜੀ ਪਦ ਮਾਰਦੀ ਹੈ ਤਾਂ ਸਾਰੀ ਏਜੰਸੀਆਂ ਨੂੰ ਖਬਰ ਹੁੰਦੀ ਹੈ। ਏਜੰਸੀਆਂ ਨੂੰ ਖਬਰ ਹੈਗੀ ਸੀ, ਜੇ ਢਾਇਆ ਗਿਆ ਤੁਹਾਨੂੰ ਕੀ ਲੱਗਦਾ ਕਿਸ ਦੀ ਪਰਮਿਸ਼ਨ ਹੇਠਾਂ ਢਾਇਆ ਗਿਆ? ਨਹੀਂ, ਜਿਹੜਾ ਸਾਨੂੰ ਹਜੇ ਪੂਰੀ ਖਬਰ ਨਹੀਂ, ਸਾਨੂੰ ਇਹੀ ਲੱਗਿਆ ਕਿ ਜਿਹੜੀ ਨੈਸ਼ਨਲ ਹਾਈਵੇ ਅਥਾਰਟੀਜ਼ ਨੇ ਉਹਨਾਂ ਨੇ ਢਾਤਾ। ਤੁਹਾਨੂੰ ਕਦੋਂ ਪਤਾ ਲੱਗਿਆ ਵੀ ਢਾਇਆ ਗਿਆ? ਸਿਰਫ 2 ਦਿਨ ਪਹਿਲਾਂ ਪਤਾ ਚੱਲਿਆ ਹੈਗਾ। ਪ੍ਰੋਫੈਸਰ ਸਮਜੀਤ ਸਿੰਘ ਜੀ, ਤੁਹਾਡੇ ਕੋਲ ਇੱਕ ਸਵਾਲ ਹੈ ਕਿ ਜਿਸ ਕਿ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਏਜੰਸੀਆਂ ਨੂੰ ਸਭ ਪਤਾ ਹੁੰਦਾ ਵੀ ਕਿਸ ਨੇ ਢਾਇਆ ਹੈ, ਕਿੰਨੇ ਬਣਾਈ ਸੀ, ਇੰਨੇ ਲੰਮੇ ਸਾਲ ਤੋਂ ਬਣੀ ਹੋਈ ਸੀ, ਮੇਲੇ ਵੀ ਇੱਥੇ ਲੱਗਦੇ ਸੀ, ਇੱਕ ਸਾਂਝ ਸੀ ਇਹ ਸਮਾਰਕ ਦੋਨਾਂ ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿੱਚ। ਜਿਵੇਂ ਗੋਡ ਸਾਹਿਬ ਨੇ ਕਿਹਾ ਕਿ ਜਿਹੜੇ ਉੱਥੇ ਲੋਕੀ ਮਾਰੇ ਗਏ ਸੀ 10 ਲੱਖ, ਉਹਨਾਂ ਦੀ ਯਾਦ ਵਿੱਚ ਬਣਾਇਆ ਗਿਆ ਸੀ। ਆਪਾਂ ਤਾਂ ਗੱਲ ਕਰਦੇ ਹਾਂ ਦੋਨਾਂ ਦੇਸ਼ਾਂ ਦੇ ਵਿੱਚ ਪਿਆਰ ਵਧੇ, ਮੁਹੱਬਤ ਵਧੇ, ਇਹ ਸਮਾਰਕ ਨੂੰ ਢਾਹ ਕੇ ਫਿਰ ਤੁਹਾਨੂੰ ਲੱਗਦਾ ਕਿ ਧੱਕਾ ਲੱਗ ਗਿਆ ਕਿ ਨਫ਼ਰਤ ਦਾ ਬੀਜ ਬੋਇਆ ਜਾ ਰਿਹਾ? ਮੇਰਾ ਖਿਆਲ ਹੈ ਕਿ ਇਸ ਦਾ ਤੇ ਸਖਤ ਮੁਕਾਬਲਾ ਕਰਨਾ ਚਾਹੀਦਾ ਆ। ਇਹ ਕੁਝ ਤਾਕਤਾਂ ਦਾ ਇਹੋ ਜਿਹਾ ਮੂੰਹ ਪੈ ਗਿਆ ਕਿ ਅਸੀਂ ਕੁਝ ਵੀ ਢਾਹ ਸਕਦੇ ਹਾਂ, ਤੇ ਫਿਰ ਬਾਅਦ ਵਿੱਚ ਬਣਾਉਣ ਦੀ ਵੀ ਕੋਸ਼ਿਸ਼ ਆਪ ਹੀ ਕਰਦੇ ਆ, ਪਰ ਲੋਕ ਉਸ ਗੱਲ ਨੂੰ ਕਦੀ ਮਨਜ਼ੂਰ ਨਹੀਂ ਕਰਦੇ। ਇਹ ਜਿਹੜੀ ਕੋਈ ਕਿਸੇ ਕਿਸਮ ਦੀ ਇਹੋ ਜਿਹੀ ਯਾਦਗਾਰ ਹੁੰਦੀ ਹੈ, ਮੈਮੋਰੀਅਲ ਜੋ ਬਣਾਇਆ ਜਾਂਦਾ, ਉਹ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ, ਉਹ ਲੋਕਾਂ ਦੀਆਂ ਭਾਵਨਾਵਾਂ ਦਾ ਹਿਮਾਲਿਆ ਵਾਂਗੂ, ਇੱਕ ਪਰਬਤ ਵਾਂਗੂ ਖੜਾ ਹੁੰਦਾ ਆ। ਉਸ 'ਤੇ ਜਦੋਂ ਹਮਲਾ ਹੁੰਦਾ ਤੇ ਲੋਕ ਕਦੀ ਉਸ ਨੂੰ ਮਾਫ ਨਹੀਂ ਕਰਦੇ, ਉਹਨੂੰ ਭੁੱਲਦੇ ਨਹੀਂ। ਸਾਡਾ ਤਾਂ ਪਹਿਲਾ ਹੀ ਦਰਦ ਜਿਹੜਾ 10 ਲੱਖ ਲੋਕਾਂ ਦਾ ਜਿਸ ਕਿਸਮ ਦਾ ਅਸੀਂ ਦਰਦ ਹਟਾਉਂਦੇ ਹਾਂ, ਉਸ ਦਾ ਹੀ ਉਸ ਨੂੰ ਪੂਰਨ ਲਈ ਦੇ ਬਣਾਇਆ ਗਿਆ। ਪਤਾ ਨਹੀਂ ਇਹਨਾਂ ਦੇ ਕਿਸ ਦੇ ਦਿਮਾਗ ਵਿੱਚ ਕਿਹੋ ਜਿਹੀ ਕਾਢ, ਕੀ ਫੁਰਨਾ ਫੁਰਿਆ ਕਿ ਇਹਨਾਂ ਨੂੰ ਕੁਝ ਕੁ ਲੋਕ ਇਹੋ ਜਿਹੇ ਆ ਜਿਹੜੇ ਇਹ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਜਾਂ ਇੱਧਰ ਹਿੰਦ ਪਾਕ ਦੋਸਤੀ ਸਿਖਾਉਂਦੀ ਨਹੀਂ। ਮੈਨੂੰ ਤਾਂ ਲੱਗਦਾ ਇਹ ਉਹਨਾਂ ਦੀ ਕਰਤੂਤ ਹੈਗੀ ਆ, ਪਰ ਮੈਨੂੰ ਪੱਕਾ ਉਮੀਦ ਹੈ ਕਿ ਪੰਜਾਬੀ ਜਾਂ ਸਾਰੇ ਵੀ ਉਸ ਸਾਂਝੇ ਪੰਜਾਬ ਦੀ ਜਿਹਦੀ ਗੌਡ ਜੀ ਗੱਲ ਕਰ ਰਹੇ ਆ, ਜਿਹੜੇ ਉਹਦੇ ਪੰਛਿਕ ਹੈਗੇ, ਜਿਹੜੇ ਉਸ ਆਈਡੀਆ ਨੂੰ ਪਿਆਰ ਕਰਦੇ ਆ, ਜਿਹੜਾ ਉਸ ਯਾਦ ਦੇ ਵਿੱਚ ਅੱਜ ਵੀ ਉਹਨਾਂ ਯਾਦਾਂ ਨੂੰ ਹੰਡਾਉਂਦੇ ਆ, ਉਹ ਬਿਲਕੁਲ ਹਿੰਮਤ ਕਰਕੇ ਅੱਗੇ ਨਾਲੋਂ ਵੀ 10 ਗੁਣਾ ਵੱਡਾ ਸਮਾਰਕ ਔਰ ਵੱਡਾ ਸੋਹਣਾ ਸੁੰਦਰ ਸਮਾਰਕ ਬਣਾਉਣਗੇ। ਮੈਂ ਗੋੜ ਜੀ ਖੋਸ ਸਵਾਲ ਹੈ ਕਿ ਤੁਹਾਨੂੰ ਕੀ ਲੱਗਦਾ ਵੀ ਹੁਣ ਤੁਸੀਂ ਕਿਸ ਤਰੀਕੇ ਨਾਲ ਅੱਗੇ ਪੇਸ਼ਕਸ਼ ਕਰੋਗੇ, ਕਿਸ ਨੂੰ ਅੱਗੇ ਲਿਖੋਗੇ, ਜਾ ਕੇ ਸੈਂਟਰ ਸਰਕਾਰ ਨੂੰ ਲਿਖੋਗੇ, ਪੰਜਾਬ ਸਰਕਾਰ ਅੱਗੇ ਦੁਹਾਈ ਪਾਓਗੇ, ਕਿਹਦੇ ਅੱਗੇ ਦੁਹਾਈ ਪਾਓਗੇ ਕਿ ਦੁਬਾਰਾ ਬਣਾਇਆ ਜਾਵੇ? ਸਭ ਤੋਂ ਵੱਡੀ ਦੁਹਾਈ ਤਾਂ ਹੈਗੀ ਹੈ ਲੋਕ। ਜੇ ਲੁਕਾਈ ਦੀ ਤਾਕਤ ਹੈ, ਮੀਡੀਆ ਹੈਗਾ, ਕਿੱਡੀ ਵੱਡੀ ਤਾਕਤ ਹੈਗੀ ਆ, ਉਹਨਾਂ ਅੱਗੇ ਦੁਹਾਈ ਪਾ ਰਹੇ ਹਾਂ। ਸਾਡਾ ਮਕਸਦ ਹੀ ਅੱਜ ਪ੍ਰੈਸ ਕਾਨਫਰੰਸ ਦਾ ਇਹ ਹੈ ਕਿ ਅਸੀਂ ਉਹ ਪੰਜਾਬੀ, ਸਾਰੇ ਤਮਾਮ ਪੰਜਾਬੀ ਜਿਹੜੇ ਡਾਇਸਪੋਰਾ ਦੇ ਵਿੱਚ ਦੋਨੇ ਮੁਲਕਾਂ 'ਚ ਜਾਂ ਡਾਇਸਪੋਰਾ 'ਚ ਬੈਠੇ ਨੇ, ਉਹਨਾਂ ਨੂੰ ਹਲੂਣਾ ਦੇਣ ਦੇ ਲਈ ਇਹ ਕਰ ਰਹੇ ਹੈਗੇ। ਲੁਕਾਈ ਤੋਂ ਉੱਤੇ ਕੋਈ ਤਾਕਤ ਨਹੀਂ ਹੈਗੀ। ਜੇ ਹੁਣ ਸਮਾਰਕ ਢਾਇਆ ਗਿਆ, ਪਰ ਗੱਲ ਮੈਂ ਪਹਿਲਾਂ ਹੀ ਜਿਵੇਂ ਜ਼ਿਕਰ ਕੀਤਾ ਕਿ ਸਾਂਝ ਦੀ ਗੱਲ ਕਰਦੇ, ਇਹ ਸਾਂਝ ਤਾਂ ਨਹੀਂ ਰਹੇਗੀ ਨਾ। ਇੱਕ ਪਾਸੇ ਸਾਂਝ ਦੀ ਗੱਲ ਕਰਦੇ ਆ, ਦੂਸਰੇ ਪਾਸੇ ਕਹਿੰਦੇ ਕਿ ਨਫ਼ਰਤ ਨਾ ਬਣੇ। ਇਹ ਸਮਾਰਕ ਢਾਹ ਕੇ ਪੰਜਾਬੀ ਨਾਲ ਧੱਕਾ ਹੀ ਕਿਉਂ ਹੁੰਦਾ? ਹਮੇਸ਼ਾ ਕੋਈ ਵੀ ਚੀਜ਼ ਬਿਨਾਂ ਪੁੱਛੇ ਢਾਹ ਦਿੰਦੇ ਨੇ। ਹਮੇਸ਼ਾ ਹੀ ਹੁੰਦਾ ਹੈਗਾ ਕਿ ਕਿਸੇ ਕਿਸਮ ਦਾ ਜਿਹੜਾ ਫੰਡਾਮੈਂਟਲਿਜ਼ਮ ਹੈਗਾ, ਠੀਕ ਹੈ ਨਾ, ਕਿਸੇ ਵੀ ਵੈਰਾਈਟੀ ਦਾ ਫੰਡਾਮੈਂਟਲਿਜ਼ਮ ਹੋਵੇ, ਉਸ ਨੂੰ ਉੱਭਰਦੀ ਹੋਈ ਜਿਹੜੀ ਪੰਜਾਬੀ ਤੇ ਪੰਜਾਬੀਅਤ ਹੈਗੀ ਹੈ, ਜਾਂ ਐਥਨੀਸਿਟੀ ਹੈਗੀ ਹੈ, ਜਾਂ ਕਲਚਰਲ ਸਾਂਝ ਹੈਗੀ ਹੈ, ਰਹਿਤਲ ਦੀ ਸਾਂਝ ਹੈਗੀ ਹੈ, ਉਹ ਕਿਸੇ ਵੀ ਕਿਸਮ ਦੇ ਫੰਡਾਮੈਂਟਲਿਸਟ ਤਾਕਤ ਨੂੰ ਯਾਨੀ ਕਿ ਪਸੰਦ ਨਹੀਂ ਹੁੰਦੀ ਹੈਗੀ। ਤੇ ਉਹ ਫਿਰ ਕੋਸ਼ਿਸ਼ ਕਰਦੇ ਹੈਗੇ ਨੇ ਇੱਕ ਬਾਈ ਵਨ ਵੇ ਔਰ ਦੀ ਅਦਰ ਵੀ ਕੋਈ ਨਾ ਕੋਈ ਸ਼ੁਰਲੀ ਛੱਡ ਦਿਓ, ਜਿਹਦੇ ਨਾਲ ਫੇਰ ਜਿਹੜੀ ਗੱਲ ਚੱਲ ਰਹੀ ਹੈ ਉਹਦੇ ਵਿੱਚ ਫੇਰ ਇੱਕ ਵਾਰੀ ਯਾਨੀ ਕਿ ਰੁਕਾਵਟ ਆ ਜੇ।
ਪ੍ਰੋਫੈਸਰ ਮਨਜੀਤ ਸਿੰਘ ਜੀ, ਇੱਕ ਆਖਰੀ ਸਵਾਲ ਇਹੀ ਹੈ ਕਿ ਹੁਣ ਸਮਾਰਕ ਢਾਇਆ ਗਿਆ। ਮੈਂ ਪਹਿਲਾਂ ਜ਼ਿਕਰ ਕੀਤਾ ਕਿ ਜਦੋਂ ਵੀ ਕੋਈ ਚੀਜ਼ ਢਾ ਦਿੱਤੀ ਜਾਂਦੀ ਹੈ, ਪੰਜਾਬੀ ਦੇ ਗਲ 'ਚ ਗੁੱਠਾ ਰੱਖ ਲਿੱਤਾ ਜਾਂਦਾ। ਹੁਣ ਜਿਸ ਤਰੀਕੇ ਨਾਲ ਦੱਸਿਆ ਵੀ ਨਹੀਂ ਗਿਆ ਇਸ ਚੀਜ਼ ਨੂੰ ਲੈ ਕੇ, ਠੀਕ ਹੈ, ਹਾਈਵੇ ਅਥਾਰਟੀ ਇਸ ਚੀਜ਼ ਨੂੰ ਕਹਿ ਰਹੀ ਹੈ ਕਿ ਅਸੀਂ ਢਾਈ ਹੈ। ਹੁਣ ਤੁਹਾਨੂੰ ਕੀ ਲੱਗਦਾ ਵਾਕਈ ਜਿਹੜੀ ਅਥਾਰਟੀ ਹੈਗੀ ਉਹਨੂੰ ਕਿਹਾ ਗਿਆ ਸੀ ਢਾਉਣ ਵਾਸਤੇ, ਉਹਨੂੰ ਗਲਤੀ ਮੰਨ ਵੀ ਰਹੇ ਨੇ, ਬਣਾ ਵੀ ਦੇਣਗੇ ਵਾਪਸ, ਜੋ ਬਣਾਉਣਗੇ ਕਿ ਉਹ ਭਾਵਨਾ ਵਾਪਸ ਦੁਬਾਰਾ ਆ ਜਾਏਗੀ? ਦੇਖੋ ਇਹ ਤੇ ਗੱਲ ਹੈ ਕਿ ਜੋ ਹੋ ਗਿਆ ਤੇ ਹੋ ਗਿਆ, ਜੇ ਕੋਈ ਕਤਲ ਹੋ ਜਾਂਦਾ ਤੇ ਉਹਨੂੰ ਮੰਨਣ 'ਚ ਹੀ ਇੱਕ ਕਿਸਮ ਦਾ ਹੈਗਾ। ਹਾਈਵੇ ਅਥਾਰਟੀ ਮੰਨਦੀ ਇਸ ਚੀਜ਼ ਨੂੰ? ਬਿਲਕੁਲ, ਉਹ ਹਾਈਵੇ ਅਥਾਰਟੀ ਨੇ ਗਲਤੀ ਮੰਨੀ ਆਪਣੀ ਕਿ ਸਾਡੇ ਕੋਲ ਗਲਤੀ ਹੋਈ, ਪਰ ਮੈਂ ਇਹਨੂੰ ਗਲਤੀ ਨਹੀਂ ਮੰਨਦਾ। ਇਹ ਇਹੋ ਜਿਹੀ ਤਾਂ ਕੋਈ ਗੱਲ ਹੈ ਨਹੀਂ ਕਿ ਇੱਕ ਤੁਸੀਂ ਦਰਖਤ ਵੰਡਣਾ ਹੋਵੇ, ਦਰਖਤ ਤੁਹਾਨੂੰ ਬੰਬੇ ਦੇ ਵਿੱਚ ਕਿੱਡਾ ਵੱਡਾ ਫਸਾਦ ਪਿਆ ਸੀਗਾ, ਫਿਰ ਸਾਰੀ ਸੜਕ ਬੰਦ ਕਰਨੀ ਪਈ ਸੀ। ਇਹ ਇੱਕ ਏਡੀ ਵੱਡੀ ਸਮਾਰਕ ਜਿੱਥੇ 16 ਸਾਲ ਮੇਲੇ ਲੱਗਦੇ ਰਹਿਣ ਵਿਜੇ ਜੀ, ਔਰ ਉਦੋਂ ਬਾਅਦ ਤੁਸੀਂ ਬਿਨਾਂ ਕਿਸੇ ਨੂੰ ਪੁੱਛਿਆ ਰਜਿਸਟਰਡ ਬਾਡੀ ਹੈਗੀ ਆ ਉਹਨਾਂ ਵੱਲੋਂ 16 ਇੱਕ ਕੋਈ ਲੁਕੀ ਛਿਪੀ ਗੱਲ ਨਹੀਂ ਹੈ। ਸਾਰੇ ਪੰਜਾਬ ਦੇ ਵਿੱਚ ਉੱਥੇ ਹਰ ਕਿਸਮ ਦੀ ਵਿਜ਼ਿਟ ਕਰਦੇ ਰਹੇ, ਕੰਟਰੀਬਿਊਸ਼ਨ ਜਿਹੜੇ ਭਗਤ ਸਿੰਘ ਬਿਲਗਾ ਜਿਹੜੇ ਪਹਿਲਾ ਸਮਾਗਮ ਸੀਗਾ ਉਹਦੀ ਉਹਨਾਂ ਨੇ ਜੋਤ ਜਗਾਈ ਆ। ਕਿਸੇ ਦੀ ਤੇ ਮਾੜੀ ਮੋਟੀ ਇੱਜ਼ਤ ਰੱਖ ਲਓ ਤੁਸੀਂ। ਇਸ ਕਰਕੇ ਜਿਹੜੀ ਤੁਸੀਂ ਗੱਲ ਕਹਿੰਦੇ ਆ ਇਹ ਅਚਨਚੇਤ ਨਹੀਂ ਹੋਇਆ। ਮੈਂ ਤੇ ਇਹਨੂੰ ਸਮਝਦਾ ਕਿ ਜੇ ਉਹਨਾਂ ਨੇ ਅਚਨਚੇਤ ਵੈਸੇ ਹੀ ਕੀਤਾ ਤੇ ਇਹਦੇ ਨਾਲੋਂ ਵੱਡੀ ਮੂਰਖਾਨਾ ਗੱਲ ਕੋਈ ਨਹੀਂ। ਉਹਨਾਂ ਬੰਦਿਆਂ ਨੂੰ ਬਿਲਕੁਲ ਸਜ਼ਾ ਮਿਲਣੀ ਚਾਹੀਦੀ ਹੈ ਜਿਨ੍ਹਾਂ ਨੇ ਬਿਨਾਂ ਕਿਸੇ ਇਜਾਜ਼ਤ ਤੋਂ ਇਹ ਕੀਤਾ। ਔਰ ਆਉਣ ਵਾਲੇ ਸਮੇਂ 'ਚ ਮੈਂ ਇਹ ਸੋਚਦਾ ਹਾਂ ਕਿ ਪੰਜਾਬ ਗੌਰਮੈਂਟ ਨੂੰ, ਚੀਫ ਮਿਨਿਸਟਰ ਸਾਹਿਬ ਨੂੰ ਤੁਰੰਤ ਇਸ ਗੱਲ ਦਾ ਸੰਗਿਆਨ ਲੈ ਕੇ ਚਿੱਠੀ ਲਿਖਣੀ ਚਾਹੀਦੀ ਹੈ ਦਿੱਲੀ ਨੂੰ ਕਿ ਉਹ ਇਸ ਗੱਲ ਦੀ ਮਾਫੀ ਮੰਗਣ ਔਰ ਜਿਹੜਾ ਹੋਰ ਇਸੇ ਜਗ੍ਹਾ ਜਿਹੜੀ ਉੱਥੇ ਸਾਨੂੰ ਉਸ ਗੱਲ ਦੀ ਵੱਡੇ ਪੱਧਰ ਤੇ ਅਲਾਟ ਕਰਨ। ਇਹ ਸਨ ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਤੇ ਆਈਡੀ ਗੋਡ, ਜਿਨ੍ਹਾਂ ਨੇ ਦੱਸਿਆ ਕਿ ਜਿਸ ਤਰੀਕੇ ਨਾਲ ਮੈਂ ਪਹਿਲਾਂ ਹੀ ਸ਼ੁਰੂਆਤ ਕੀਤੀ ਸੀ ਕਿ ਮੇਰੇ ਹੱਥ ਵਿੱਚ ਸਮਾਰਕ ਦਾ ਇੱਕ ਪੰਫਲੇਟ, ਇੱਕ ਪਰਚਾ ਹੈਗਾ ਜਿਸ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਇਹ ਢਾਇਆ ਗਿਆ ਸਨ 1996 ਦੇ ਵਿੱਚ। ਇਹ ਬਾਰਡਰ ਤੇ ਬਣਾਇਆ ਗਿਆ ਸੀ, ਪਾਕਿਸਤਾਨ ਤੇ ਹਿੰਦੁਸਤਾਨ ਦੇ ਬਾਰਡਰ ਦੇ ਉੱਤੇ। ਹੁਣ ਸਵਾਲ ਇਹ ਆਉਂਦਾ ਕਿ ਜਿਸ ਤਰੀਕੇ ਨਾਲ ਹੁਣ ਤੁਸੀਂ ਦੇਖਦੇ ਹੋ ਜਿਵੇਂ ਕਿ ਇਹ ਫੋਟੋ ਹੈ ਸਮਾਰਕ ਦੀ, ਤੇ ਜਿਸ ਤਰੀਕੇ ਨਾਲ ਦੋਨੋਂ ਦੇਸ਼ਾਂ ਦੇ ਵਿੱਚ ਗੱਲ ਹੁੰਦੀ ਹੈ ਕਿ ਸਾਂਝ ਦੀ ਹੁੰਦੀ ਹੈ, ਚਾਹੇ ਇਸ ਪਾਸੇ ਦਾ ਪੰਜਾਬ ਹੈ ਚਾਹੇ ਉਸ ਪਾਸੇ ਦਾ ਪੰਜਾਬ, ਇੱਕ ਸਾਂਝੀ ਵਾਤਾਂ ਲੈ ਕੇ ਅਸੀਂ ਚੱਲਦੇ ਹਾਂ ਤੇ ਉਸ ਤੋਂ ਬਾਅਦ ਸਾਂਝ ਜਿਹੜੀ ਹੋਰ ਗੂੜੀ ਹੁੰਦੀ ਹੈ। ਪਰ ਇਹ ਸਮਾਰਕ ਜਿਹੜਾ 1996 ਚ ਬਣਾਇਆ ਗਿਆ ਸੀ ਤੇ 10 ਲੱਖ ਲੋਕਾਂ ਦੀ ਯਾਦ ਵਿੱਚ ਬਣਾਇਆ ਗਿਆ ਸੀ ਜੋ 1947 ਦੇ ਵਿੱਚ ਭਾਰਤ ਤੇ ਪਾਕਿਸਤਾਨੀ ਦੀ ਵੰਡ ਦੇ ਦਰਮਿਆਨ ਮਾਰੇ ਗਏ ਸੀ। ਪਰ ਇਹ ਬਿਨਾਂ ਸੋਚੇ ਸਮਝੇ ਢਾਹ ਦਿੱਤਾ ਗਿਆ। ਜਦੋਂ ਉੱਥੇ ਕੋਈ ਮੇਲੇ ਉੱਪਰ ਜਦੋਂ ਉੱਥੇ ਸਮਾਰਕ ਤੇ ਪਹੁੰਚਿਆ ਕੋਈ ਵਿਅਕਤੀ ਤੇ ਉਹਨੇ ਦੱਸਿਆ ਕਿ ਸਮਾਰਕ ਤਾਂ ਉੱਥੇ ਮੌਜੂਦ ਹੀ ਨਹੀਂ ਹੈਗਾ। ਹੁਣ ਦੇਖਾਂਗੇ ਕਿ ਸਰਕਾਰ ਉੱਥੇ ਕੀ ਚਿੰਤਨ ਕਰਦੀ ਹੈ। ਇਹਨਾਂ ਨੇ ਵੀ ਕਿਹਾ ਕਿਸੇ ਵਿੱਚ ਸੀਐਮ ਸਾਹਿਬ ਨੂੰ ਜਲਦ ਦਖਲ ਦੇਣਾ ਚਾਹੀਦਾ ਤੇ ਹਾਈਵੇ ਅਥਾਰਟੀ ਨੇ ਆਪਣੀ ਗਲਤੀ ਮੰਨੀ ਹੈ ਵੀ ਸਾਡੇ ਕੋਲ ਅਸੀਂ ਢਾਹ ਦਿੱਤੀ ਹੈ, ਹੁਣ ਬਣਾ ਦੇਵਾਂਗੇ। ਸਵਾਲ ਹੈ ਕਿ ਪਰ ਢਾਈ ਕਿਉਂ ਹੈ, ਢਾਣ ਤੋਂ ਬਾਅਦ ਹੀ ਇਹ ਸਵਾਲ ਕਿਉਂ ਉੱਠਦੇ ਨੇ। ਤਾਂ ਹੁਣ ਦੇਖਾਂਗੇ ਕੀ ਇਸ 'ਚ ਹੁੰਦਾ, ਕਿਉਂਕਿ ਕਿਤੇ ਨਾ ਕਿਤੇ ਜਿਸ ਤਰੀਕੇ ਨਾਲ ਇਮਾਰਤਾਂ ਢਾਈਆਂ ਜਾ ਰਹੀਆਂ ਨੇ ਬਿਨਾਂ ਪੁੱਛੇ, ਪੰਜਾਬ ਦੇ ਗੱਲ ਵਿੱਚ ਗੁੱਠਾ ਰੱਖ ਕੇ ਕੀਤਾ ਜਾ ਰਿਹਾ ਤੇ ਸਮਾਂ ਦੱਸੇਗਾ ਆਉਣ ਵਾਲੇ 'ਚ ਕਿ ਬਣਾਉਣਗੇ ਕਿ ਸੈਂਟਰ ਆਫ ਦੀ ਗਲਤੀ ਇਸ 'ਚ ਮੰਨੇਗਾ।